ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਸਰਣ ਜੋ ਜਨ ਪਰੈ, ਸੋ ਜਨ ਉਦਰਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਹਰ ਹਰ ਜਨ ਦੁਇ ਏਕੋ ਹੈ, ਬਿਬ ਵਿਚਾਰ ਕਛ ਨਾਹਿ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹਿ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ। ਚਵਰ ਛਤਰ ਤਖਤ ਸਿੰਘਾਸਣ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜਿਤਨੀਆਂ ਵੀ ਸੰਗਤਾਂ ਜੋੜ ਮਿਲ ਬੈਠ ਆਪਣੇ ਸਮੇਂ ਨੂੰ ਤੇ ਸਵਾਸਾਂ ਨੂੰ ਹਰ ਜਸ ਸੁਣ ਕਰ, ਗਾਇਨ ਕਰ ਸਫਲਾ ਕਰ ਰਹੇ ਹੋ, ਧੰਤਾ ਦੇ ਜੋਗ ਹੋ, ਵੱਡ ਭਾਗੇ ਹੋ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਵਿਰਵੀ ਬਾਂਝੀ ਨਾ ਰਹੇ। ਸਾਰੀਆਂ ਸੰਗਤਾਂ ਹੱਥ ਜੋੜ ਚੁੱਪ ਦਾ ਦਾਨ ਬਖਸ਼ ਕੇ, ਖਾਸ ਕਰ ਬੀਬੀਆਂ ਨੂੰ ਬੇਨਤੀ ਹੈ, ਤੁਹਾਡੇ ਵੱਲੋਂ ਭਾਈ ਆਵਾਜ਼ ਆਉਂਦੀ ਹੈ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਨੇ ਜਥੇ ਸਮੇਤ ਆਪ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ।
ਆਪ ਜੀ ਨੂੰ ਭਲੀ ਭਾਂਤ ਵਿਦਿਤ ਹੈ ਕਿ ਆਪਾਂ ਸਾਰੇ ਹੀ ਅਤੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਮਾਨ ਸਿੰਘ ਜੀ, ਬਾਬਾ ਆਗਿਆਕਾਰ ਸਿੰਘ ਜੀ, ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਤਿਨਾਂ ਦੀ ਪਾਵਨ ਯਾਦ ਦੇ ਅੰਦਰ ਔਰ ਸਾਲਾਨਾ ਜੋ ਆਪ ਜੀ ਨਗਰ ਨਿਵਾਸੀ ਸੰਗਤਾਂ ਦੇ ਵੱਲੋਂ ਜੋੜ ਮੇਲਾ ਮਨਾਇਆ ਜਾਂਦਾ ਹੈ, ਤਿਸ ਦੇ ਸਬੰਧ ਵਿੱਚ ਜੋੜ ਮਿਲ ਬੈਠ ਸਤ ਸੰਗਤ ਕਰ ਰਹੇ ਹਾਂ। ਸਤ ਸੰਗਤ ਕਰਨੀ, ਮਹਾਰਾਜ ਜੀ ਦੇ ਦਰਸ਼ਨ ਕਰਨੇ, ਇੱਥੇ ਆਣ ਕੇ ਜੋੜ ਮਿਲ ਬੈਠ ਇਲਾਹੀ ਬਾਣੀ ਨੂੰ ਹਰ ਜਸ ਨੂੰ ਸਰਵਣ ਕਰਨਾ, ਇਹ ਉਹਨਾਂ ਜੀਵਾਂ ਦੇ ਹਿੱਸੇ ਆ ਰਿਹਾ ਹੈ ਜਾਂ ਆਉਂਦਾ ਹੈ ਜਿਨ੍ਹਾਂ ਦੇ ਕਰਮ ਭਾਗ ਅਤੀ ਦੇ ਚੰਗੇ ਹੋਣ। ਦਸਰੇ ਨੂੰ ਇੱਕ ਸਵੇਰੇ ਮੈਸੇਜ ਪੜ੍ਹਨ ਦਾ ਮੌਕਾ ਮਿਲਿਆ। ਇੰਗਲੈਂਡ ਦੀ ਗੱਲ, ਇੱਕ ਉੱਘਾ ਵਿਦਵਾਨ ਸਿੱਖ ਧਰਮ ਦਾ ਇੱਕ ਗਲੀ ਦੇ ਵਿੱਚੋਂ ਗੁਜ਼ਰ ਰਿਹਾ ਹੈ। ਸਾਹਮਣੇ ਕੀ ਵੇਖਿਆ, ਉੱਤੇ ਲਿਖਿਆ ਹੋਇਆ ਹੈ ਚਰਚ ਨਾਈਟ ਕਲੱਬ। ਚਰਚ ਨਾਈਟ ਕਲੱਬ। ਨਾਲ ਦੇ ਉੱਥੋਂ ਦੇ ਵਸਨੀਕ ਨੂੰ ਜੋ ਸਾਥੀ ਸੀ ਰਸਤਾ ਦੱਸ ਰਿਹਾ ਸੀ, ਜਿੱਥੇ ਸਮਾਗਮ ਸੀ ਜਿਸ ਨੇ ਲੈ ਕੇ ਜਾਣਾ ਸੀ, ਪੁੱਛ ਬੈਠਾ। ਕਹਿੰਦਾ ਭਾਈ ਸਾਹਿਬ ਇਹ ਕੀ ਲਿਖਿਆ ਹੋਇਆ ਹੈ, ਚਰਚ ਨਾਈਟ ਕਲੱਬ? ਕਹਿੰਦੇ ਕਲੱਬਾਂ ਦੇ ਵਿੱਚ ਤਾਂ ਡਾਂਸ ਵਗੈਰਾ ਕੀਤੇ ਜਾਂਦੇ ਨੇ, ਲੋਕੀ ਨੱਚਦੇ ਨੇ, ਸ਼ਰਾਬਾਂ ਪੀਂਦੇ ਨੇ, ਪਰ ਅੱਗੇ ਚਰਚ ਲਿਖਿਆ ਹੋਇਆ ਹੈ। ਚਰਚ ਤਾਂ ਇੱਕ ਧਾਰਮਿਕ ਸਥਾਨ ਹੁੰਦਾ ਹੈ, ਇਹ ਕਿਉਂ ਲਿਖਿਆ ਗਿਆ ਇੱਥੇ? ਉਸ ਨਾਲ ਦੇ ਸੱਜਣ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਇਹ ਚਰਚ ਬਣੀ, ਇਹ ਨਾਈਟ ਕਲੱਬ ਬਣਿਆ ਹੋਇਆ, ਇੱਥੇ ਪਹਿਲਾਂ ਚਰਚ ਹੁੰਦੀ ਸੀ। ਚਰਚ ਦੇ ਵਿੱਚ ਲੋਕੀ ਕੋਈ ਬਹੁਤੇ ਨਹੀਂ ਸੀ ਆਉਂਦੇ, ਬਹੁਤੇ ਲੋਕੀ ਨਹੀਂ ਸੀ ਆਉਂਦੇ। ਫਿਰ ਉਸ ਚਰਚ ਵਾਲਿਆਂ ਨੇ ਇਹ ਕਿਸੇ ਨੂੰ ਵੇਚ ਦਿੱਤੀ ਜਗ੍ਹਾ। ਹੈ ਇਹ ਚਰਚ ਹੀ, ਜਿਸ ਨੇ ਖਰੀਦੀ ਉਹਨੇ ਨਾਈਟ ਕਲੱਬ ਬਣਾ ਦਿੱਤਾ ਨਾਲ। ਚਰਚ ਨਾਈਟ ਕਲੱਬ। ਇੱਥੇ ਹੁਣ ਸ਼ਰਾਬ ਦੇ ਦੌਰ ਵੀ ਚੱਲਦੇ ਨੇ, ਨਾਚ ਗਾਣੇ ਵੀ ਗਾਏ ਜਾਂਦੇ ਨੇ, ਨੱਚਿਆ ਵੀ ਜਾਂਦਾ ਹੈ। ਕਹਿੰਦੇ ਤੁਸੀਂ ਹੈਰਾਨ ਹੋਵੋਗੇ, ਜਦੋਂ ਚਰਚ ਸੀ, ਜਦੋਂ ਧਾਰਮਿਕ ਸਥਾਨ ਸੀ, ਇੱਥੇ ਕੋਈ ਨਹੀਂ ਸੀ ਆਂਦਾ, ਵਿਰਲੇ ਟਾਵੇਂ ਆਉਂਦੇ ਸੀ। ਜਦੋਂ ਦਾ ਇਹ ਨਾਈਟ ਕਲੱਬ ਬਣਿਆ ਨਾ, ਇੱਥੇ ਇੰਨੀ ਭੀੜ ਰਹਿੰਦੀ ਹੈ, ਇੰਨਾ ਰਸ਼ ਰਹਿੰਦਾ ਹੈ, ਇੱਥੋਂ ਦੀ ਐਂਟਰੀ ਬੜੀ ਮੁਸ਼ਕਲ ਮਿਲਦੀ ਹੈ, ਅੰਦਰ ਖਲੋਣਾ ਵੀ ਬੜਾ ਮੁਸ਼ਕਲ। ਕਈ ਵਾਰ ਇਹਨਾਂ ਨੂੰ ਦਰਵਾਜ਼ੇ ਬੰਦ ਕਰਨੇ ਪੈਂਦੇ ਨੇ, ਗੇਟ ਬੰਦ ਕਰਨੇ ਪੈਂਦੇ ਨੇ। ਮੇਰਾ ਕਹਿਣ ਤੋਂ ਤਾਤਪਰਜ, ਜਿਤਨੇ ਆਪਾਂ ਇੱਥੇ ਜੁੜ ਮਿਲ ਬੈਠੇ ਹਾਂ, ਸਾਡੇ ਪਿੰਡ ਦੀ ਵੋਟ ਇਤਨੀ ਕੁ ਤਾਂ ਨਹੀਂ ਹੈਗੀ। ਧਾਰਮਿਕ ਸਥਾਨਾਂ ਦੇ ਵਿੱਚ ਜੁੜ ਮਿਲ ਬੈਠ ਪਰਿਪੂਰਨ ਪਰਮਾਤਮਾ ਦਾ ਹਰ ਜਸ ਗਾਇਨ ਕਰਨਾ ਜਾਂ ਉਸ ਨੂੰ ਸਰਵਣ ਕਰਨਾ, ਇਹ ਉਹਨਾਂ ਜੀਵਾਂ ਦੇ ਹਿੱਸੇ ਆਉਂਦਾ ਹੈ ਜਿਨ੍ਹਾਂ ਦੇ ਕਰਮ ਭਾਗ ਅਤੀ ਦੇ ਚੰਗੇ ਹੋਣ। ਮਹਾਰਾਜ ਜੀ ਦਾ ਪਾਵਨ ਬਚਨ ਸੰਗਤ ਜੀ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਤੁਹਾਡੇ ਪੂਰਬਲੇ ਕਰਮ ਚੰਗੇ, ਉਹਨਾਂ ਨੂੰ ਅੰਕੁਰ ਫੁੱਟਿਆ। ਇਹ ਸਮਾਂ ਸਤ ਸੰਗਤ ਦਾ ਤੁਹਾਨੂੰ ਤਾਂ ਨਸੀਬ ਹੋਇਆ ਜੀ। ਤੁਸੀਂ ਘਰ ਦੇ ਧੰਦੇ ਧੰਦਾਰ ਛੱਡੇ,
मैं तुहानू बेनती करदियां भाई, घरों आए हो इत्थे बह करके तुसी कीर्तन सरवण कीता आ, कथा सरवण करनी आ और सरवण करके मता जाणिया जे तुहाडा समा ये अजाई नहीं, ये तुहाडा दरगाह दे विच कबूलिया जा रहा है, सफल हो रहा है। ये तुहाडा समा सफल है। इस समय दे बाबत भाई साहब भाई नंद लाल साहिब जी कहंदे ने, खुशयस्त उम्र के दर याद वे गुजरत, वर्ण है चे हासिल अस्त अजी गुंबदे कबूद मरा। भाई साहिब जी कहंदे ने उम्र उहियो सुहावी है जिहड़ी परमात्मा दी याद दे विच गुजरे। उम्र उहियो सुहावी है, समा उहियो सुहावा है जदों जीव इन्हां कन्नां दे नाल परमात्मा दा जस सरवण करे, इन्हां नेत्रां दे नाल संगत जीओ परिपूर्ण परमात्मा दा अपने इष्ट दा दर्शन करे। इस जीवा दे नाल हर जस नूं गायन करे, गायन करे। भाई साहब भाई गुरदास साहिब जी कहंदे ने, चिरंकाल मानस जन्म निर्मोल पाए, सफल जन्म गुर चरण शरण का। लोचन अमोल गुरदर्श अमोल देखे, श्रवण अमोल गुर बचन धर्म का। नास का अमोल गुर चरनार बिंद वासना का। रसना अमोल गुर मंत्र सिमरन का। हस्त अमोल गुरुदेव सेव का। सफल चरण अमोल पर दर्शना करन का। सतगुरु महाराज जी की मेहरमत बख्शिश कृपा सानू ये मनुखा दे ही प्राप्त हुई है। सतगुरु सच्चे पातशाह महाराज कहंदे ने, गुरु सेवा ते भगत कमाई, तब एह मानस देही पाई। इस देही को सिमरह देव, सो देही भाज हर की सेव। भजहो गोविंद भूल मत जाहो, मानस जन्म का यही लाह। तुसी लाहा लै लए और लै रहे हो, तुहाडे कर्म भाग चंगे। चेता रखिया जी, इस सत संगत दा नुकता कह लो महापुरुष दसदे ने। सत संगत करके गुरबाणी नूं एकाग्रता दे नाल, कीर्तन कथा नूं एकाग्रता दे नाल सरवण करके संगत जी किते संपूर्णताई दी अरदास विच शामिल हो करके तुहाडा कोई भी कारज है अपने इष्ट गुरु दे अगे अरदास बेनती करदे आ जे महाराज जी विच वरतदे ने, उहनूं सफला करदे ने। इह नुकता जे मिलदा सत संगत दे विचों ही है। घरे बैठे होवो उत्थों कुछ नहीं मिलना। मन नूं एकाग्र करके इत्थे सत संगत कर लियो, इत्थों तुहानूं सिद्ध भी मिल जावेगी, तुहानूं बुद्ध भी मिल जावेगी। सब कुछ सारे पदार्थ सारा ज्ञान दोनों दे विच आ जाता है। रहो विचार। अज असीं सालाना जोड़ मेले दे संबंध विच महापुरुषां नूं याद कर रहे हां। धार्मिक जगत दे अंदर संत सर्वोत्तम मन्निया है, क्योंकि संत एक उत्तम पद है। जिमें पानी की एक निक्की जही बूंद समुंदर दे विच मिल पवे, जदों वो फिर समुंदर दे विच मिल जाती है, ओदी कोई पछाण नहीं कर सकता, क्योंकि वो समुंदर का ही रूप हो निपटती है। पर हुंदी उदों जदों समुंदर दे विच मिल जावे। इसे तरह पूर्ण ब्रह्म रूपी समुंदर दे विच अभेद होए
ਗੁਰੂ ਪਿਆਰਿਆਂ ਨੂੰ, ਮਹਾਂਪੁਰਸ਼ਾਂ ਨੂੰ ਸੰਤ ਆਖਿਆ ਜਾਂਦਾ ਹੈ। ਗੁਰਬਾਣੀ ਦਾ ਪਾਵਨ ਵਚਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸਈ ਨਾਨਕਾ, ਪੂਰਨ ਸਈ ਸੰਤ। ਦੁਨੀਆ ਦੇ ਵਿੱਚ, ਜਗਤ ਦੇ ਅੰਦਰ ਬਹੁਤਾਤ ਵਿੱਚ ਡੇਰਿਆਂ ਨੂੰ ਚਲਾਉਣ ਵਾਲੇ, ਧਾਰਮਿਕ ਲਿਬਾਸ ਬਾਣਾ ਪਾਉਣ ਵਾਲੇ ਆਪਣੇ ਨਾਂ ਦੇ ਅੱਗੇ ਸੰਤ ਲਾ ਲੈਂਦੇ ਨੇ। ਸੰਤ ਕਿਸੇ ਭੇਖ ਦਾ, ਕਿਸੇ ਲਿਬਾਸ ਦਾ ਨਾਮ ਨਹੀਂ। ਗੁਰਬਾਣੀ ਕਹਿੰਦੀ ਹੈ ਸੰਤ ਉਹ ਵੇ ਜਿਹੜਾ ਸਵਾਸ ਸਵਾਸ ਪਰਿਪੂਰਨ ਪ੍ਰਮਾਤਮਾ ਨੂੰ ਯਾਦ ਰੱਖੇ। ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਨੇ, ਇੱਕ ਦ੍ਰਿਸ਼ਟਾਂਤ ਦਿੰਦੇ ਨੇ, ਅਖੀਰ ਤੇ ਫਿਰ ਨਿਬੇੜਾ ਵੀ ਕਰਦੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ, ਗੁੱਛਾ ਹੋਏ ਤ੍ਰਿਕਾਨੂਆ, ਕਿਉਂ ਬੁੜੀਐ ਦਾਖੈ। ਇਸੇ ਸ਼ਬਦ ਦੇ ਅਖੀਰ ਵਿੱਚ ਕਹਿੰਦੇ ਨੇ, ਤਿਉ ਸਾਧ ਅਸਾਧ ਪਛਾਣੀਐ, ਕਰਤੂਤ ਸੁਭਾਖੈ। ਕਰਮਾਂ ਤੋਂ, ਬੋਲੀ ਤੋਂ ਸਾਧ ਦੀ ਪਛਾਣ ਹੋ ਜਾਂਦੀ ਹੈ, ਕਿਹੋ ਜਿਹੇ ਕਰਮ ਕਰਦਾ ਹੈ, ਸਾਧਾਂ ਵਾਲੇ ਜਾਂ ਅਸਾਧਾਂ ਵਾਲੇ। ਬਹੁਤਾਤ ਹੈ ਦੁਨੀਆ ਦੇ ਵਿੱਚ ਅਸਾਧਾਂ ਦੇ ਵੀ, ਪਰ ਚੇਤਾ ਰੱਖਿਆ ਕਿ ਕਈ ਕਹਿੰਦੇ ਸੰਤ ਨਹੀਂ ਹੁੰਦੇ, ਸੰਤ ਹੁੰਦੇ ਨੇ। ਪਰ ਮਹਾਰਾਜ ਕਹਿੰਦੇ ਹੈਨ ਬਿਰਲੇ ਨਾਹੀ ਘੜੇ। ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈਨ ਬਿਰਲੇ। ਔਰ ਜਿਹੜੇ ਹੁੰਦੇ ਨੇ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ। ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਦਾ ਫਿਰ ਜੀਵਨ ਆਧਾਰ ਨਾਮ ਹੁੰਦਾ ਹੈ ਨਾ, ਉਹ ਹਮੇਸ਼ਾ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਸਿਮਰਦੇ ਰਹਿੰਦੇ ਨੇ, ਉਹਦੇ ਵਿੱਚ ਰਵੇਂ ਰਹਿੰਦੇ ਨੇ, ਉਹਦਾ ਹਰ ਜਸ ਗਾਇਨ ਕਰਦੇ ਨੇ। ਉਹ ਸ੍ਰੇਸ਼ਟ ਧਰਮ ਦੇ ਧਾਰਨੀ ਹੁੰਦੇ ਨੇ। ਪਾਤਸ਼ਾਹ ਜੀ ਦਾ ਪਾਵਨ ਵਚਨ ਹੈ, ਰਮਣੰ ਕੇਵਲੰ ਕੀਰਤਨੰ। ਪਰਮਾਤਮਾ ਦੀ ਕੀਰਤੀ ਦੇ ਵਿੱਚ ਹਰ ਵਕਤ ਇਹ ਸੰਤ ਰਵੇਂ ਰਹਿੰਦੇ ਨੇ, ਉਹਦਾ ਹਰ ਜਸ ਗਾਇਨ ਕਰਦੇ ਨੇ। ਸੋ ਧਰਮੰ ਦੇਹ ਧਾਰਣਾ, ਸ੍ਰੇਸ਼ਟ ਧਰਮ ਦੇ ਧਾਰਨੀ ਹੁੰਦੇ ਨੇ। ਅੰਮ੍ਰਿਤ ਨਾਮ ਨਾਰਾਇਣ ਨਾਨਕ, ਵੀਵਤੰ ਸੰਤ ਨਾ ਤ੍ਰਿਪਯਤੇ। ਨਾਰਾਇਣ ਪ੍ਰਮਾਤਮਾ ਦਾ ਜਿਹੜਾ ਨਾਮ ਹੈ, ਇਹ ਅੰਮ੍ਰਿਤ ਰੂਪੀ ਹੈ। ਇਸ ਅੰਮ੍ਰਿਤ ਰੂਪੀ ਨਾਮ ਨੂੰ ਪੀ ਕਰਕੇ ਸੰਤ ਕਦੇ ਤ੍ਰਿਪਤ ਨਹੀਂ ਹੁੰਦੇ। ਭਾਵ ਪ੍ਰਮਾਤਮਾ ਦੇ ਨਾਮ ਨੂੰ ਜਪਣ ਦੀ ਲਾਲਸਾ ਉਹਨਾਂ ਦੀ ਹਰ ਵਕਤ ਰਹਿੰਦੀ ਹੈ, ਚਾਹਨਾ ਰਹਿੰਦੀ ਹੈ ਕਿ ਕੋਈ ਸਵਾਸ ਬਿਰਥਾ ਨਾ ਚਲਿਆ ਜਾਵੇ। ਹਰ ਇੱਕ ਸਵਾਸ ਸਫਲਾ ਹੋ ਜਾਵੇ ਪ੍ਰਮਾਤਮਾ ਦੇ ਨਾਮ ਨੂੰ ਜਪਣ ਕਰਕੇ। ਜਿਨ੍ਹਾਂ ਸੰਤਾਂ ਦਾ, ਜਿਨ੍ਹਾਂ ਮਹਾਂਪੁਰਸ਼ਾਂ ਦਾ ਜੀਵਨ ਆਧਾਰ ਨਾਮ ਹੁੰਦਾ ਹੈ, ਗੁਰਬਾਣੀ ਇਹਨਾਂ ਦੇ ਬਾਬਤ ਫਰਮਾਉਂਦੀ ਹੈ ਕਿ ਅਜਿਹੇ ਮਹਾਂਪੁਰਸ਼ 8 ਪਹਿਰ ਨਿਕਟ ਕਰ ਜਾਂਦਾ ਹੈ, ਪ੍ਰਭ ਕਾ ਕੀਆ ਮੀਠਾ ਮਾਨਦਾ ਹੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਨਿਮਰਤਾ ਹੁੰਦੀ ਹੈ ਇਹਨਾਂ ਦੇ ਵਿੱਚ। ਮਹਾਰਾਜ ਕਹਿੰਦੇ ਨੇ, ਸੰਤ ਰਹਿਤ ਸੁਨਹੁ ਮੇਰੇ ਭਾਈ, ਉਹ ਆਕੀ ਮਹਿਮਾ ਕਥਨ ਨਾ ਜਾਈ। ਇਹਨਾਂ ਦੀ ਮਹਿਮਾ ਦੱਸੀ ਨਹੀਂ ਜਾ ਸਕਦੀ, ਜਿਨ੍ਹਾਂ ਦਾ ਜੀਵਨ ਆਧਾਰ ਨਾਮ ਹੁੰਦਾ ਹੈ। ਸੰਗਤ ਜੀ, ਇਹ ਆਤਮ ਪਦ ਦੀ ਜਿਹੜੀ ਪ੍ਰਾਪਤੀ ਹੈ, ਇਹ ਨਾਮ ਜਪਣ ਦੇ ਨਾਲ, ਨਾਮ ਦੇ ਅਭਿਆਸ ਦੇ ਨਾਲ ਇਹਨਾਂ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੁੰਦੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਖਾਲਸਾ ਦੱਸਦੇ ਨੇ, ਸ਼ੁੱਧ ਭਾਵ ਜਿਨ੍ਹਾਂ ਦੇ ਵਿੱਚ ਹਉਮੈ
ਮਲੀਨਤਾ ਦੀ ਕੋਈ ਮਿਲਾਵਟ ਨਹੀਂ। ਪਾਤਸ਼ਾਹ ਜੀ ਦਾ ਪਾਵਨ ਵਚਨ ਹੈ। ਮਹਾਰਾਜ ਕਹਿੰਦੇ ਨੇ ਆਤਮ ਰਸ ਜਿਹ ਜਾਣਹੀ ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ। ਜਿਹੜੇ ਆਤਮ ਰਸੀਏ ਹੁੰਦੇ ਨੇ, ਸੰਤ ਮਹਾਪੁਰਸ਼ ਹੁੰਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਵਿੱਚ, ਸਤਿਗੁਰੂ ਜੀ ਦੇ ਵਿੱਚ, ਔਰ ਸਤਿਗੁਰੂ ਜੀ ਦੇ ਸਵਾਰੇ ਹੋਏ ਉਸ ਅੰਮ੍ਰਿਤਧਾਰੀ ਸਿੰਘ ਦੇ ਵਿੱਚ, ਭਾਵ ਖਾਲਸੇ ਵਿੱਚ, ਉਸ ਸੰਤ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਰਹਿੰਦਾ। ਤਿੰਨੋਂ ਇੱਕ ਰੂਪ ਹੋ ਜਾਂਦੇ ਨੇ। ਹਰ ਹਰ ਜਨ ਦੁਇ ਏਕ ਹੈ। ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣਹੁ ਮਾਨਸ ਦੇਹਾ। ਪਰਮਾਤਮਾ ਦਾ ਹੀ ਸੰਤ ਰੂਪ ਹੋ ਨਿਬੜਦਾ ਹੈ, ਉਸੇ ਦੇ ਵਿੱਚ ਅਭੇਦ ਹੋ ਜਾਂਦਾ ਹੈ। ਪਰ ਜਿਹੜੀ ਇਹ ਪਦਵੀ ਹੈ, ਇਹ ਨਾਮ ਅਭਿਆਸ ਦੇ ਨਾਲ, ਨਾਮ ਨੂੰ ਜਪਣ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੈ। ਪਰ ਅਜੋਕਾ ਸਮਾਂ ਪਦਾਰਥਵਾਦ ਦਾ ਯੁੱਗ ਹੈ। ਅਜੋਕੇ ਸਮੇਂ ਦੇ ਵਿੱਚ ਸੰਗਤ ਜੀ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਬਹੁਤਾਤ ਦੁਨਿਆਵੀ ਨਾਮਾਂ ਦੇ ਅੱਗੇ ਸੰਤ ਲੱਗਿਆ ਹੁੰਦਾ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਿਨਾਂ ਨਾਮ ਅਭਿਆਸ ਤੋਂ, ਬਿਨਾਂ ਨਾਮ ਜਪੇ ਤੋਂ ਇਹ ਭਾਈ ਇਸ ਪਦਵੀ ਦੀ, ਇਸ ਆਤਮ ਰਸ ਦੇ ਪਦ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਲਾਜ ਦੇ ਨਾਲ, ਸ਼ਰਮ ਦੇ ਨਾਲ ਮਰ ਜਾਂਦੇ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ। ਜੇ ਕੋਈ ਇਸ ਪਦਵੀ ਦੀ ਪ੍ਰਾਪਤੀ ਨਾਮ ਅਭਿਆਸ ਤੋਂ, ਨਾਮ ਜਪੇ ਤੋਂ ਬਗੈਰ ਕਰਨੀ ਚਾਹਵੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਦੇ ਜੜ ਤੋਂ ਬਿਨਾ ਅੱਗੇ ਸ਼ਾਖਾਵਾਂ ਟਾਹਣੀਆਂ ਪੱਤੇ ਹੋਏ ਨੇ, ਭਾਵ ਨਹੀਂ ਹੋਏ। ਮਹਾਰਾਜ ਜੀ ਦਾ ਪਾਵਨ ਵਚਨ ਹੈ। ਪਾਤਸ਼ਾਹ ਜੀ ਕਹਿੰਦੇ ਨੇ ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉ ਸੋਵੈ। ਹਰ ਸਿਮਰਨ ਛਾੜ ਪਰਮ ਗਤ ਚਾਹੈ, ਮੂਲ ਬਿਨਾ ਸਾਖਾ ਕਤ ਆਹੈ। ਮੂਲ ਜੜ, ਜੇ ਜੜ ਹੀ ਨਹੀਂ ਹੈ, ਦਰਖਤ ਦੀ ਜੜ ਨਹੀਂ, ਅੱਗੇ ਟਾਹਣੀਆਂ ਸ਼ਾਖਾਵਾਂ ਪੱਤੇ ਕਿੱਥੋਂ ਹੋਣਗੇ। ਇਸ ਆਤਮ ਰਸ ਦੀ ਪਦਵੀ ਦੀ, ਸੰਤ ਪਦਵੀ ਦੀ, ਖਾਲਸੇ ਦੀ ਪਦਵੀ ਦੀ ਜਿਹੜੀ ਮੂਲ ਹੈ, ਜੜ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੰਗਤ ਜੀ ਇਹ ਨਾਮ ਹੈ। ਨਾਮ ਜਪੇ ਤੋਂ ਬਗੈਰ ਇਸ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਦਿ ਦੇ ਵਿੱਚ ਸਾਨੂੰ ਮੂਲ ਮੰਤਰ ਦਿੱਤਾ ਹੋਇਆ ਹੈ। ਅੱਗੇ ਜਪ ਬਾਣੀ ਤੇ 31 ਰਾਗ, 12 ਤੇ ਵਧੀਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 18 10 20 ਤੱਕ ਜਾ ਕਰਕੇ ਸੰਪੂਰਨਤਾ ਕੀਤੀ ਹੈ। ਮੂਲ ਮੰਤਰ ਪ੍ਰਮਾਤਮਾ ਦੀ ਮਹਿਮਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਮਾਤਮਾ ਦੀ ਮਹਿਮਾ ਗਾਇਨ ਕਰਦੇ ਨੇ, ਸਾਨੂੰ ਦੱਸਦੇ ਨੇ, ਮਹਿਮਾ ਦੇ ਨਾਲ ਜੋੜਦੇ ਨੇ। ਗੁਰਬਾਣੀ ਪ੍ਰਮਾਤਮਾ ਦੀ ਮਹਿਮਾ ਹੈ, ਪਰਿਭਾਸ਼ਾ ਨਹੀਂ, ਪਰਿਭਾਸ਼ਾ ਨਹੀਂ। ਮੂਲ ਮੰਤਰ ਗਾਇਨ ਕੀਤਾ ਮਹਿਮਾ ਹੈ, ਪਰਿਭਾਸ਼ਾ ਨਹੀਂ। ਪਰਿਭਾਸ਼ਾ ਕਿਉਂ ਨਹੀਂ? ਪਰਿਭਾਸ਼ਾ ਇਸ ਕਰਕੇ ਨਹੀਂ, ਜੇ ਕਿਸੇ ਨੂੰ ਪਰਿਭਾਸ਼ਿਤ ਕਰਨਾ ਹੋਵੇ ਉਹਦੇ ਵਰਗਾ ਫਿਰ ਦੂਸਰਾ ਦੱਸਣਾ ਪੈਂਦਾ ਹੈ, ਦੂਸਰਾ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਇੱਕ ਲਾਉਂਦੇ ਨੇ ਅੱਗੇ, ਇੱਕ ਓੰਕਾਰ। ਉਹ ਹੈ ਹੀ ਇੱਕ,
ਉਹਦੇ ਵਰਗਾ ਹੈ ਕੋਈ ਦੂਜਾ ਨਹੀਂ ਇਸ ਦੁਨੀਆ ਦੇ ਵਿੱਚ। ਪਰਮਾਤਮਾ ਇੱਕ ਹੈ। ਇਹ ਜਿਤਨਾ ਵੀ ਦਿਸਦਾ ਅਣਦਿਸਦਾ ਪਸਾਰਾ ਹੈ, ਕੀਤਾ ਪਸਾਓ ਏਕੋ ਕਵਾਓ। ਸਾਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਦਾ ਪ੍ਰਸਾਰਾ ਕੀਤਾ ਹੋਇਆ, ਦਿਸਦਾ ਅਣਦਿਸਦਾ। ਅਸੀਂ ਉਸ ਪਰਿਪੂਰਨ ਪ੍ਰਮਾਤਮਾ ਦੀ ਮਹਿਮਾ ਗਾਉਣੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਮਹਿਮਾ ਗਾਣ ਦਾ ਹੁਕਮ ਕੀਤਾ ਹੋਇਆ ਹੈ। ਜਪ ਦੇ ਪ੍ਰਕਾਰ ਤਿੰਨ ਪ੍ਰਕਾਰ ਦੇ ਨੇ, ਤਿੰਨ ਤਰ੍ਹਾਂ ਦੇ ਨਾਲ ਜਪ ਕੀਤਾ ਜਾਂਦਾ ਹੈ। ਪਹਿਲੀ ਨੂੰ ਕਿਰਿਆ ਨੂੰ ਬਾਚਸ ਕਹਿੰਦੇ ਨੇ, ਬੋਲ ਕੇ। ਦੂਸਰੀ ਦਾ ਨਾਮ ਹੈ ਉਪਾਸ, ਜੀਵਾ ਹਿੱਲੇ ਬੁੱਲ ਫਰਕਦੇ ਹੋਣ। ਤੇ ਤੀਸਰੀ ਹੈ ਮਨਸ ਮਨ ਦੇ ਅੰਦਰ। ਜੀਵ ਜਦੋਂ ਪ੍ਰਮਾਤਮਾ ਦੇ ਨਾਮ ਦਾ ਜਪ ਕਰਦਾ ਹੈ, ਅਭਿਆਸ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰਮਤ ਬਖਸ਼ਿਸ਼ ਕਿਰਪਾ ਕਰਦੇ ਨੇ, ਉਸ ਦੇ ਹਿਰਦੇ ਘਰ ਨੂੰ ਆਪਣਾ ਟਿਕਾਣਾ ਬਣਾ ਲੈਂਦੇ ਨੇ। ਜਿਸ ਜੀਵ ਦੇ ਟਿਕਾਣੇ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਵਸ ਗਿਆ, ਫਿਰ ਮਹਾਰਾਜ ਜੀ ਕਹਿੰਦੇ ਨੇ ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਬਚਨ ਸੰਗਤ ਜੀ, ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਜੀਵ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਲੈਂਦਾ ਹੈ, ਰਿੱਧੀਆਂ ਸਿੱਧੀਆਂ ਉਸ ਜੀਵ ਦੇ ਕੋਲ ਆ ਜਾਂਦੀਆਂ ਨੇ। ਪਰ ਚੇਤਾ ਰੱਖਿਆ ਜੇ, ਅਸੀਂ ਹਰ ਰੋਜ਼ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹਦੇ ਨੇ, ਰਿੱਧ ਸਿੱਧ ਅਵਰਾ ਸਾਧ। ਇਹ ਗੁਰਸਿੱਖ ਦਾ ਪੜਾ ਨਹੀਂ। ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ ਗੁਰਸਿੱਖ ਦੇ ਕੋਲ, ਪਰ ਗੁਰਸਿੱਖ ਇਹਨਾਂ ਦੇ ਅਧੀਨਤਾ ਨੂੰ ਕਬੂਲ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਨੇ ਰਿੱਧ ਸਿੱਧ ਅਵਰਾ ਸਾਧ। ਜਦੋਂ ਜੀਵ ਸਿਮਰਨ ਕਰਦਾ ਹੈ, ਨਾਮ ਜਪਦਾ, ਇਹ ਪੜਾ ਜੇ ਇੱਕ ਪੜਾ ਜੇ। ਪੜਾ ਤੋਂ ਆਪਾਂ ਨੇ ਅੱਗੇ ਲੱਗਣਾ, ਅੱਗੇ ਕੀ ਜਾ ਕੇ ਸੱਚਖੰਡ ਵਸੈ ਨਿਰੰਕਾਰ। ਗੁਰਸਿੱਖ ਨੇ ਸੱਚਖੰਡ ਪਹੁੰਚਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਅੰਦਰ ਸਾਨੂੰ ਵਾਰ-ਵਾਰ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਜਿਹੜੇ ਜੀਵ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਨੇ, ਉਹਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਜਾ ਕੇ ਸਿਮਰਨ ਹੋਏ ਆਨੰਦਾ, ਬਿਨਸੈ ਜਨਮ ਮਰਨ ਭੈ ਦੁਖੀ। ਉਹਦਾ ਜੰਮਣ ਮਰਨਾ ਸੱਚੇ ਪਾਤਸ਼ਾਹ ਜੀ ਇਸ ਦੁੱਖ ਨੂੰ ਕੱਟ ਦਿੰਦੇ ਨੇ। ਚਾਰ ਪਦਾਰਥ ਨਵ ਨਿਧ ਪਾਵੈ, ਬਾਹੁਰ ਨਾ ਤ੍ਰਿਸ਼ਨਾ ਭੁੱਖੀ। ਉਹਦੀ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ ਚਾਰ ਪਦਾਰਥਾਂ ਦੀ, ਧਰਮ ਅਰਥ ਕਾਮ ਮੋਖ। ਗੁਰਸਿੱਖ ਨੂੰ ਪ੍ਰਾਪਤ ਹੋ ਜਾਂਦੇ ਨੇ। ਬਾਹੁਰ ਨਾ ਤ੍ਰਿਸ਼ਨਾ ਭੁੱਖੀ। ਮਹਾਰਾਜ ਕਹਿੰਦੇ ਜਾ ਕੋ ਨਾਮ ਲੈਤ ਤੂੰ ਸੁਖੀ, ਸਾਸ ਸਾਸ ਧਿਆਵੋ ਠਾਕੁਰ ਕਉ, ਮਨ ਤਨ ਜੀਅਰੇ ਮੁਖੀ। ਸ਼ਾਂਤ ਭਾਵੈ ਹੋਵੈ ਮਨ ਸੀਤਲ, ਅਗਨ ਨਾ ਅੰਤਰ ਧੁਖੀ। ਗੁਰੂ ਨਾਨਕ ਕੋ ਪ੍ਰਭੂ ਦਿਖਾਇਆ, ਜਲ ਥਲ ਤ੍ਰਿਭਵਨ ਰੁਖੀ। ਸ਼ਾਂਤ ਪਾਵੈ ਹੋਵੈ ਮਨ ਸੀਤਲ, ਅਗਨ ਨਾ ਅੰਤਰ ਧੁਖੀ। ਆਪਣੇ ਹਿਰਦਿਆਂ ਨੂੰ ਟਟੋਲ ਕੇ ਵੇਖੋ, ਛਾਤੀ ਮਾਰ ਕੇ ਵੇਖੋ ਸੰਗਤ ਜੀ। ਈਰਖਾ ਦਵੈਸ਼ ਨਿੰਦਿਆ ਚੁਗਲੀ, ਸਾਡੇ ਹਿਰਦਿਆਂ ਨੂੰ ਇਹ ਤਪਸ਼ ਲੱਗੀ ਹੋਈ ਹੈ। ਤਪਦੇ ਨੇ ਸਾਡੇ ਹਿਰਦੇ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਇਹ ਜਗ੍ਹਾ ਹੈ ਨਾ, ਜਿਹਨੂੰ ਸਤ ਸੰਗਤ ਕਹਿੰਦੇ ਨੇ, ਇਹ ਈਰਖਾ ਦਵੈਸ਼ ਚੁਗਲੀ ਨਿੰਦਿਆ, ਇਹ ਜਿਹੜੀ ਤਾਤ ਪਰਾਈ ਹੈ, ਇੱਥੇ ਆਣ ਕੇ ਖਤਮ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਮਨ ਆਈ। ਜਦੋਂ ਜੀਵ ਦੇ ਅੰਦਰੋਂ ਤਾਤ ਪਰਾਈ ਮੁੱਕ ਗਈ, ਇਹ ਤਪਸ਼ ਖਤਮ ਹੋ ਗਈ,
ਜੀਵ ਖਾਲਸਾ ਬਣ ਗਿਆ, ਸੰਤ ਬਣ ਗਿਆ। ਜਿਹੜਾ ਫਿਰ ਸੰਤ ਬਣ ਜਾਂਦਾ ਹੈ, ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਵਚਨ, ਹਿਰਦੇ ਦੇ ਵਿੱਚੋਂ ਮਲੀਨਤਾ ਖਤਮ, ਹਉਮੈ ਦੀ ਜਿਹੜੀ ਮੈਲ ਹੈ ਇਹ ਖਤਮ। ਜਿੱਥੇ ਹਉਮੈ ਹੈ ਉੱਥੇ ਆਣ ਕੇ ਪ੍ਰਮਾਤਮਾ ਨਹੀਂ ਟਿਕਦਾ, ਚੇਤਾ ਰੱਖਿਆ ਜੀ। ਹਉਮੈ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ, ਨਹੀਂ ਬਣਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਠਾਏ। ਪਰ ਚੇਤਾ ਰੱਖਿਆ ਜੇ ਇਸ ਮੈਲ ਨੂੰ ਨਾਮ ਰੂਪੀ ਸਾਬਣ ਦੇ ਨਾਲ ਹੀ ਧੋਤਾ ਜਾ ਸਕਦਾ ਹੈ। ਜਿਹੜਾ ਖਾਲਸਾ ਬਣ ਗਿਆ, ਸੰਤ ਬਣ ਗਿਆ, ਦਸਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਕਹਿਓ ਪ੍ਰਭੂ ਸੋ ਭਾਖ ਹੋ, ਕਿਸੂ ਨਾ ਕਾਨ ਰਾਖ ਹੋ। ਕਹਿਓ ਪ੍ਰਭੂ ਸੋ ਮੈਂ ਕਰੋ, ਨਾ ਕਾਨ ਕਾਹੂ ਕੀ ਤਰੋ। ਜਿਸਨੋ ਤੂੰ ਪ੍ਰਭ ਵੱਲ, ਤਿਸ ਕਿਆ ਮੋਹ ਛੰਦਗੀ। ਜਿਸਨੋ ਤੇਰੀ ਮਿਹਰ, ਸੋ ਤੇਰੀ ਬੰਦਗੀ। ਜਿਹੜੀ ਇਹ ਬੰਦਗੀ ਹੈ ਨਾ, ਪ੍ਰਮਾਤਮਾ ਦਾ ਨਾਮ, ਇਹ ਉਸੇ ਦੀ ਕਿਰਪਾ ਦੇ ਸਦਕਾ ਜੀਵ ਨੂੰ ਪ੍ਰਾਪਤ ਹੁੰਦੀ ਹੈ। ਜੇ ਮਹਾਰਾਜ ਜੀ ਕਿਰਪਾ ਕਰਨ ਤਾਈਓ ਜੀਵ ਨਾਮ ਜਪਦਾ ਹੈ, ਉਹਦੀ ਮਿਹਰਮਤ ਕਿਰਪਾ ਹੋਵੇ। ਜਿਸ ਦੇ ਕੋਲ ਨਾਮ ਦੀ ਇਹ ਸੰਗਤ ਜੀਓ ਯੁਗਤੀ ਆ ਗਈ, ਜਿਹੜਾ ਨਾਮ ਦਾ ਅਭਿਆਸੀ ਬਣ ਗਿਆ, ਸੰਤ ਬਣ ਗਿਆ, ਫਿਰ ਕਿਸੇ ਦੀ ਉਹ ਮੁਥਾਜੀ ਨਹੀਂ, ਕਿਸੇ ਦੀ ਕਾਣ ਨਹੀਂ ਕਬੂਲਦਾ। ਸੰਤ ਮਹਾਪੁਰਸ਼ ਆਤਮ ਰਸੀਏ ਕਿਸੇ ਦੀ ਕਾਣ ਨਹੀਂ ਕਬੂਲਦੇ। ਇੱਕ ਮਹਾਪੁਰਸ਼ਾਂ ਨੇ ਦ੍ਰਿਸ਼ਟਾਂਤ ਘੜਿਆ। ਕੋਈ ਬਾਦਸ਼ਾਹ ਫਕੀਰਾਂ ਨੂੰ ਖੈਰਾਤ ਵੰਡਦਾ ਹੁੰਦਾ ਸੀ, ਦਾਨ ਦਿੰਦਾ ਸੀ, ਵਸਤਰ ਧਨ ਆਦਿਕ। ਉਹਦੇ ਮਨ ਦੇ ਅੰਦਰ ਇੱਕ ਹਮੇਸ਼ਾ ਹੀ ਲਾਲਸਾ ਬਣੀ ਹੁੰਦੀ ਸੀ। ਉਹ ਸੋਚਦਾ ਹੁੰਦਾ ਸੀ ਕਿ ਜਿਨ੍ਹਾਂ ਨੂੰ ਮੈਂ ਇਹ ਖੈਰਾਤ, ਇਹ ਦਾਨ ਵੰਡਦਾ ਹਾਂ, ਧਨ ਪਦਾਰਥ ਵਸਤਰ ਵੰਡਦਾ ਹਾਂ, ਉਹ ਹੋ ਸਕਦਾ ਵੀ ਮੈਨੂੰ ਯਾਦ ਕਰਦੇ ਕਿ ਨਹੀਂ ਕਰਦੇ। ਜ਼ਰੂਰ ਯਾਦ ਕਰਦੇ ਹੋਣਗੇ ਕਿ ਕਦੋਂ ਬਾਦਸ਼ਾਹ ਆਵੇ, ਸਾਨੂੰ ਧਨ ਵਸਤਰ ਆਦਿਕ ਦੇ ਕੇ ਜਾਵੇ। ਭਾਵ ਉਹਦੇ ਅੰਦਰ ਮਾਣ ਪ੍ਰਾਪਤੀ ਦੀ ਇੱਛਾ ਸੀ। ਇੱਕ ਦਿਨ ਇੱਕ ਫਕੀਰ ਨੂੰ ਪੁੱਛ ਬੈਠਾ, ਆਖਣ ਲੱਗਾ, ਫਕੀਰਾ, ਜਦੋਂ ਵੀ ਤੈਨੂੰ ਦੇਖਦਾ ਹਾਂ, ਤੂੰ ਹਮੇਸ਼ਾ ਹੀ ਪ੍ਰਮਾਤਮਾ ਦੇ ਧਿਆਨ ਦੇ ਵਿੱਚ ਟਿਕਿਆ ਰਹਿੰਦਾ ਹਾਂ, ਕਦੇ ਮੈਨੂੰ ਵੀ ਯਾਦ ਕਰਦਾ ਕਿ ਨਹੀਂ? ਕਿਉਂਕਿ ਜਿਹੜੀ ਬਿਰਤੀ ਹੈ ਉਹ ਸੰਸਾਰੀ ਹੈ। ਮਾਣ ਦਾ ਭੁੱਖਾ ਕਿ ਮੈਨੂੰ ਮਾਣ ਦੀ ਪ੍ਰਾਪਤੀ ਹੋਵੇ, ਮੇਰੀ ਇੱਜ਼ਤ ਮਿਲੇ ਮੈਨੂੰ। ਆਖਣ ਲੱਗਾ, ਫਕੀਰਾ, ਰੱਬ ਨੂੰ ਯਾਦ ਕਰੀ ਜਾਂਦਾ ਕਿ ਕਦੇ ਮੈਨੂੰ ਵੀ ਚੇਤੇ ਕਰਦਾ, ਜਿਹੜਾ ਤੈਨੂੰ ਇਹ ਧਨ ਪਦਾਰਥ ਦੇ ਕੇ ਜਾਂਦਾ। ਆਖਣ ਲੱਗਾ, ਬਾਦਸ਼ਾਹ, ਚੇਤਾ ਸ਼ਕਤੀ ਇੱਕ ਹੈ, ਤੇਰੀ ਯਾਦ ਤੇ ਪ੍ਰਮਾਤਮਾ ਦੀ ਯਾਦ, ਇਹ ਦੋ ਨੇ। ਮੈਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ, ਜਦੋਂ ਮੈਂ ਤੈਨੂੰ ਯਾਦ ਕਰਦਾ ਹਾਂ, ਪ੍ਰਮਾਤਮਾ ਮੈਨੂੰ ਉਸੇ ਵਕਤ ਸੰਭਾਲ ਕੇ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ। ਬਾਦਸ਼ਾਹ, ਤੂੰ ਸਾਨੂੰ ਫਕੀਰਾਂ ਨੂੰ ਦੁਨਿਆਵੀ ਧਨ ਪਦਾਰਥ ਵੰਡਦਾ, ਪਰ ਮੈਂ ਦੁਨੀਆ ਨੂੰ ਜਿਹੜੀ ਚੀਜ਼ ਵੰਡਦਾ ਹਾਂ, ਬੇਸ਼ੱਕ ਮੇਰੇ ਕੋਲ ਇਹ ਧਨ ਪਦਾਰਥ ਨਹੀਂ, ਮੈਂ ਵੀ ਵੰਡਦਾ ਹਾਂ। ਕਹਿੰਦਾ, ਕੀ ਵੰਡਦਾ? ਮੈਂ ਪਰਿਪੂਰਨ ਪਰਮਾਤਮਾ ਦੇ ਅੱਗੇ ਇਹ ਅਰਦਾਸ ਬੇਨਤੀ ਕਰਦਾ ਹਾਂ, ਅਕਾਲ ਪੁਰਖ ਜੀ, ਸਾਰੀ ਦੁਨੀਆ ਦਾ ਭਲਾ ਕਰੀ। ਮੈਂ ਭਲਾ ਮੰਗਦਾ ਹਾਂ, ਸਰਬੱਤ ਦਾ ਭਲਾ ਲੋਚਦਾ ਹਾਂ। ਸੰਗਤ ਜੀ, ਇਹ ਗੁਣ ਖਾਲਸੇ ਦਾ ਹੈ, ਸੰਤ ਦਾ ਹੈ। ਹਰ ਰੋਜ਼ ਅਰਦਾਸ ਦੇ ਵਿੱਚ ਖਾਲਸਾ ਪੰਥ, ਜਿੱਥੇ ਵੀ ਮਹਾਰਾਜ ਜੀ ਦੇ ਸਥਾਨ ਨੇ,
ਇਹ ਤੁਕ ਇਹ ਪੰਕਤੀ ਪੜ੍ਹੀ ਜਾਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਕੀ ਹੋਇਆ? ਖਾਲਸਾ ਸੰਤ ਹੈ। ਜਿਹੜਾ ਖਾਲਸਾ ਹੈ, ਜਿਹੜਾ ਸੰਤ ਹੈ, ਕਿਸੇ ਦੀ ਮੁਤਾਜੀ ਨਹੀਂ ਝੱਲਦਾ। ਆ ਜਿਸ ਮਹਾਂਪੁਰਸ਼ ਦੀ ਤੁਸੀਂ ਤਸਵੀਰ ਲਾਈ ਹੈ ਨਾ, ਇੰਡੀਆ ਦੀ ਸਰਕਾਰ, ਭਾਰਤੀ ਸਰਕਾਰ ਇਸੇ ਕਰਕੇ ਇਹਦੇ ਨਾਲ ਲੱਗਦੀ ਸੀ। ਇਹ ਨਾਮ ਰਸੀਆ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬੜੇ ਇਹਨੂੰ ਲਾਲਚ ਦਿੱਤੇ, ਬੜੇ ਡਰਾਵੇ ਦਿੱਤੇ, ਪਰ ਇਸ ਮਹਾਂਪੁਰਸ਼ ਨੇ ਦੁਨਿਆਵੀ ਲਾਲਚ ਨੂੰ ਕਬੂਲਿਆ ਨਹੀਂ। ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ, ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ। ਇਹ ਨਾਮ ਰਸੀਆ ਸੀ। ਕਿਸੇ ਦੀ ਕਾਣ ਨਹੀਂ ਕਬੂਲੀ, ਮੁਤਾਜੀ ਨਹੀਂ ਝੱਲੀ, ਸ਼ਹੀਦੀ ਜ਼ਰੂਰ ਪਾ ਗਏ। ਸ਼ਹਾਦਤ ਦੇਣੀ ਕਬੂਲ ਕਰ ਲਈ, ਪਰ ਮੁਤਾਜੀ ਨਹੀਂ ਝੱਲੀ। ਕਿਉਂ? ਨਾਮ ਰਸੀਆ ਸੀ, ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਸੀ। ਪਰ ਚੇਤਾ ਰੱਖਿਆ ਸੰਗਤ ਜੀ, ਦੁਨੀਆ, ਇਸ ਸ਼ਬਦ ਨੂੰ ਚਿੱਥ ਕੇ ਵੇਖੀਏ ਨਾ, ਇਹਦਾ ਅਰਥ ਕਰਕੇ ਵੇਖ ਲਈਏ। ਦੁਨੀਆ ਦਾ ਅਰਥ ਦਾਨਿਆਂ ਨੇ, ਵਿਦਵਾਨਾਂ ਨੇ ਦੋ ਨੀਹਾਂ ਕੀਤਾ। ਭਾਵ ਇੱਥੇ ਚੰਗੇ ਵੀ ਆਏ ਨੇ, ਇੱਥੇ ਮਾੜੇ ਵੀ ਆਉਂਦੇ ਨੇ। ਜਿਹੜੇ ਚੰਗੇ ਨੇ ਉਹ ਅਮਰ ਹੋ ਜਾਂਦੇ ਨੇ, ਮਾੜਿਆਂ ਨੂੰ ਲਾਹਨਤਾਂ ਪੈਂਦੀਆਂ ਨੇ। ਅੱਜ ਵੀ ਉਸ ਇੰਦਰਾ ਪਾਪਣ ਨੂੰ ਲਾਹਨਤਾਂ ਪੈਂਦੀਆਂ ਨੇ। ਸਿੱਖ ਖਾਲਸਾ ਪੰਥ ਜਿੱਥੇ ਵੀ ਬੈਠਾ ਉਹਨੂੰ ਲਾਹਨਤਾਂ ਪਾਉਂਦਾ ਹੈ। ਚੇਤਾ ਰੱਖਿਆ ਜੇ ਗੱਲ। ਦੁਨੀਆ ਆਉਂਦੀ ਹੈ, ਜਾਂਦੀ ਹੈ, ਜੰਮਦੀ ਹੈ, ਮਰਦੀ ਹੈ। ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ। ਅਸੀਂ ਜਿਤਨੇ ਵੀ ਇੱਥੇ ਬੈਠੇ ਆ, ਇੱਕ ਨਾ ਇੱਕ ਦਿਨ ਆਪਣੀ ਵਾਰੀ ਦੇ ਅਨੁਸਾਰ ਇਥੋਂ ਕੂਚ ਕਰ ਜਾਣਾ ਹੈ। ਈਵਨ ਕਿ ਜਿਹੜੀ ਧਰਤੀ ਹੈ, ਪਾਤਾਲ ਹੈ, ਚੰਦ ਹੈ, ਸੂਰਜ ਹੈ, ਉਹਨਾਂ ਦੀ ਵੀ ਉਮਰ ਹੈ। ਉਹ ਵੀ ਇੱਕ ਦਿਨ ਬਿਨਸ ਜਾਣਗੇ, ਖਤਮ ਹੋ ਜਾਣਗੇ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤਰਤ ਪਾਤਾਲ ਆਕਾਸ਼ ਹੈ, ਚੰਦ ਸੂਰ ਵਿਨਾਸੀ, ਬਾਦਸ਼ਾਹ ਸ਼ਾਹ ਉਮਰਾਬ ਖਾਨ ਢਾਹੇ ਡੇਰੇ ਜਾਸੀ। ਕਿੱਥੇ ਗਈ ਪ੍ਰਧਾਨ ਮੰਤਰੀ? ਕਿੱਥੇ ਨੇ ਉਹ ਮੌਕੇ ਦੇ ਜ਼ਾਲਮ ਹਾਕਮ ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਦੇ ਉੱਤੇ, ਬੀਬੀਆਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਜ਼ੁਲਮ ਕੀਤਾ? ਸਾਰੇ ਗਰਕ ਗਏ ਨਾ, ਖਤਮ ਹੋ ਗਏ ਨਾ। ਅੱਜ ਪੂਰੀ ਦੁਨੀਆ ਖਾਲਸਾ ਪੰਥ ਉਹਨਾਂ ਨੂੰ ਲਾਹਨਤਾਂ ਪਾਉਂਦਾ ਹੈ। ਮਹਾਰਾਜ ਕਹਿੰਦੇ ਸਾਰੇ ਬਿਨਸ ਜਾਣਗੇ, ਖਤਮ ਹੋ ਜਾਣਗੇ। ਜੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛੀਏ, ਸੱਚੇ ਪਾਤਸ਼ਾਹ ਕੋਈ ਨਿਸ਼ਚਲ ਵੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਫਿਰ ਇਹ ਜੁਗਤੀ ਦੱਸਦੇ ਨੇ, ਉੱਤਰ ਦਿੰਦੇ ਨੇ, ਐ ਗੁਰਸਿੱਖੋ ਨਿਸ਼ਚਲ ਹੈ। ਸੱਚੇ ਪਾਤਸ਼ਾਹ ਜੀ ਕੌਣ? ਮਹਾਰਾਜ ਜੀ ਕਹਿੰਦੇ ਨੇ, ਨਿਹਚਲ ਸੱਚ ਖੁਦਾਏ ਏਕ। ਉਹ ਪਰਿਪੂਰਨ ਪਰਮਾਤਮਾ, ਉਹ ਜੰਮਣ ਮਰਨ ਦੇ ਚੱਕਰਾਂ ਤੋਂ ਬਾਹਰ ਅਜੂਨੀ ਹੈ, ਜੂਨਾ ਦੇ ਵਿੱਚ ਨਹੀਂ ਆਉਂਦਾ। ਨਿਹਚਲ ਮਹਾਰਾਜ ਜੀ, ਹੋਰ ਕੋਈ? ਪਾਤਸ਼ਾਹ ਜੀ ਕਹਿੰਦੇ ਨੇ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਿਨਾਸੀ। ਇਹ ਸੰਤ ਮਹਾਂਪੁਰਸ਼ ਮਰਦੇ ਨਹੀਂ, ਅਮਰ ਹੋ ਜਾਂਦੇ ਨੇ। ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਰਨ ਦੇ ਬਾਰੇ ਪੁੱਛੀਏ, ਮਹਾਰਾਜ ਜੀ ਮਰਨਾ ਕੀ ਹੈ? ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਦੱਸਦੇ ਨੇ। ਜੇ ਪੁੱਛੀਏ ਤਾਂ ਮਹਾਰਾਜ ਕਹਿੰਦੇ ਨੇ, ਮਰਨੰ ਬਿਸਰਨੰ ਗੋਬਿੰਦਾ। ਜਿਹੜੇ ਜੀਵ ਪ੍ਰਮਾਤਮਾ ਦੀ ਯਾਦ ਤੋਂ ਮੁਨਕਰ ਹੋ ਜਾਂਦੇ ਨੇ, ਪ੍ਰਮਾਤਮਾ ਨੂੰ ਵਿਸਾਰ ਦਿੰਦੇ ਨੇ, ਉਹ ਜਿਉਂਦੇ ਜੀ ਮਰ ਜਾਂਦੇ ਨੇ। ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ ਹੈ। ਆਤਮਿਕ ਮੌਤੇ ਮਰ ਜਾਂਦੇ ਨੇ ਉਹ ਜਿਹੜੇ ਪ੍ਰਮਾਤਮਾ ਦੀ ਯਾਦ ਤੋਂ ਮੁਨਕਰ ਹੋ ਜਾਂਦੇ ਨੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛੀਏ, ਮਹਾਰਾਜ ਜੀ ਜੀਉਣਾ ਜੀਵਨ ਕਿਹਨੂੰ ਕਹਿੰਦੇ ਨੇ? ਪਾਤਸ਼ਾਹ ਜੀ ਕਹਿੰਦੇ ਨੇ, ਜੀਵਨੰ
ਹਰ ਨਾਮ ਧਿਆਵਣ। ਜਿਹੜੇ ਜੀਵ ਆਪਣੇ ਇਸ਼ਟ ਗੁਰੂ ਦੇ ਹੁਕਮ ਨੂੰ ਮੰਨ ਕਰ ਪਰਮਾਤਮਾ ਨੂੰ ਸਿਮਰਦੇ ਨੇ, ਉਹਦਾ ਭਜਨ ਕਰਦੇ ਨੇ, ਆਪਣੀ ਡਿਊਟੀ ਆਪਣੇ ਫਰਜ਼ ਦੀ ਪਛਾਣ ਕਰਦੇ ਨੇ, ਉਹ ਹੈ ਜੀਵਨ, ਉਹਨੂੰ ਜਿਉਣਾ ਕਹਿੰਦੇ ਨੇ। ਫਿਰ ਅਜਿਹੇ ਸੰਤ ਮਹਾਪੁਰਸ਼ ਜਿਨ੍ਹਾਂ ਦਾ ਜੀਵਨ ਆਧਾਰ ਨਾਮ, ਜਿਹੜੇ ਨਾਮ ਜਪਦੇ ਨੇ, ਉਹ ਕਿਸੇ ਦੀ ਕਾਣ, ਕਿਸੇ ਦੀ ਮੁਥਾਜੀ ਨਹੀਂ ਚੱਲਦੇ। ਇਤਿਹਾਸ ਦੇ ਅੰਦਰ ਇੱਕ ਜ਼ਿਕਰ ਆਉਂਦਾ ਹੈ, 10ਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਰਾਜਪੂਤਾਨੇ ਦਾ ਇੱਕ ਤੀਰਥ ਪੁਸ਼ਕਰ ਰਾਜ ਦੇ ਵਿੱਚ ਅਜਮੇਰ, ਸੱਚੇ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਨੂੰ ਉਤਾਰ ਰਹੇ ਨੇ, ਨਾਲ ਹੈ ਬਾਦਸ਼ਾਹ ਬਹਾਦਰ ਸ਼ਾਹ। ਹੁਣ ਇੱਕ ਗੱਲ ਚੇਤਾ ਰੱਖਿਆ ਜੀ, ਜਿਹੜਾ ਇਹ ਬਹਾਦਰ ਸ਼ਾਹ ਹੈ ਨਾ, ਇਹਦਾ ਪਹਿਲਾ ਨਾਮ ਸੀ ਮੌਜਮ। ਇਹ ਔਰੰਗਜ਼ੇਬ ਦਾ ਛੋਟਾ ਲੜਕਾ ਆ। ਇਹਨੂੰ ਸੰਗਤ ਪ੍ਰਾਪਤ ਹੈ ਭਾਈ ਨੰਦ ਲਾਲ ਸਾਹਿਬ ਜੀ ਦੀ। ਨੰਦ ਲਾਲ ਸਾਹਿਬ ਜੀ ਇਹਦੇ ਵਿਦਿਆ ਗੁਰੂ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ ਇਹਨੂੰ ਇਹ ਰਾਜ ਮਿਲਿਆ ਆ। ਭਰਾਵਾਂ ਦੀ ਲੜਾਈ ਹੋਈ, ਤਾਰਾ ਆਜਮ ਮਾਰਿਆ ਜਾਂਦਾ, ਇਹਨੂੰ ਰਾਜ ਗੱਦੀ ਮਿਲਦੀ ਆ ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ। ਪਰ ਸੰਗਤ ਜੀ, ਜਦੋਂ ਕਿਸੇ ਸੰਸਾਰੀ ਜੀਵ ਨੂੰ ਕੋਈ ਵਸਤੂ ਮਿਲ ਜਾਂਦੀ ਹੈ, ਪਰਮਾਤਮਾ ਨੂੰ ਵਿਸਾਰ ਦਿੰਦਾ। ਹਾਲ ਸਾਡਾ ਵੀ ਗੁਰਸਿੱਖੋ ਇਹੀ ਬਣਿਆ ਪਿਆ। ਜਦੋਂ ਸਾਨੂੰ ਕੋਈ ਦਾਤ ਪ੍ਰਾਪਤ ਹੋ ਜਾਂਦੀ ਹੈ ਨਾ, ਅਸੀਂ ਫਿਰ ਦਾਤ ਨੂੰ ਪਿਆਰੀ ਸਮਝਣ ਲੱਗ ਜਾਂਦੇ ਆ। ਜਿਹਨੇ ਦਿੱਤੀ ਹੁੰਦੀ ਉਹ ਦਾਤਾਰ ਨੂੰ ਵਿਸਰ ਜਾਂਦੇ ਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾ ਵਿਸਰ ਜਾਂਦਾ ਹੈ। ਇਸ ਬਹਾਦਰ ਸ਼ਾਹ ਨੂੰ ਜਿਹੜੀ ਗੱਦੀ ਪ੍ਰਾਪਤ ਹੋਈ ਹੈ ਨਾ, ਇਹ ਰਾਜ ਗੱਦੀ, ਇਹ ਮਹਾਰਾਜ ਜੀ ਦੀ ਕਿਰਪਾ ਸਦਕਾ ਨਹੀਂ। ਇਹ ਹਾਰ ਗਿਆ ਸੀ, ਸੱਚੇ ਪਾਤਸ਼ਾਹ ਮਹਾਰਾਜ ਇਹਦੀ ਮਦਦ ਨਾ ਕਰਦੇ। ਇਹ ਵੀ ਨਾਲ ਮਹਾਰਾਜ ਜੀ ਦੇ ਸਥਾਨਕ ਲੋਕਾਂ ਨੇ ਆਣ ਕੇ ਉੱਥੇ ਬਾਦਸ਼ਾਹ ਇਹਦੇ ਅੱਗੇ ਬੇਨਤੀ ਕੀਤੀ ਕਿ ਇੱਥੇ ਇੱਕ ਸ਼ੇਰ ਸਾਡੇ ਮਾਲ ਡੰਗਰ ਦਾ, ਸਾਡੀ ਜਾਨ ਦਾ ਖਤਰਾ ਬਣਿਆ ਹੋਇਆ ਹੈ, ਸਾਡਾ ਨੁਕਸਾਨ ਕਰਦਾ ਪਿਆ ਜੇ। ਇਹਦੇ ਕੋਲੋਂ ਸਾਨੂੰ ਛੁਟਕਾਰਾ ਦਿਵਾਇਆ ਜਾਵੇ। ਬਹਾਦਰ ਸ਼ਾਹ ਨੇ ਆਪਣੇ ਸੰਗਤ ਜੀ ਸਿਪਾਹੀ, ਆਪਣੀਆਂ ਫੌਜਾਂ, ਆਪਣੇ ਸ਼ਿਕਾਰੀ ਇਹਨੂੰ ਮਾਰਨ ਵਾਸਤੇ ਭੇਜੇ ਸ਼ੇਰ ਨੂੰ। ਉਲਟਾ ਸ਼ੇਰ ਨੇ ਇਹਦੇ ਸਿਪਾਹੀ, ਇਹਦੇ ਸ਼ਿਕਾਰੀ ਮਾਰ ਦਿੱਤੇ, ਨੁਕਸਾਨ ਹੋਇਆ। ਨਮੋਸ਼ੀ ਛਾ ਗਈ, ਸ਼ਰਮ ਮਹਿਸੂਸ ਕਰ ਰਿਹਾ ਕਿ ਮੈਂ ਕਿਹੜਾ ਮੂੰਹ ਦੱਸਾਂ। ਅਖੀਰ ਇਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, 10ਵੇਂ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਸਮਰੱਥ ਹੋ, ਕਲਾਵਾਨ ਹੋ, ਮੈਂ ਆਪ ਜੀ ਬਾਰੇ ਬੜਾ ਸੁਣਿਆ, ਮਹਾਰਾਜ ਜੀ ਕਿਰਪਾ ਕਰੋ, ਇਸ ਸ਼ੇਰ ਦਾ ਸ਼ਿਕਾਰ ਆਪ ਜੀ ਕਰੋ। ਮਹਾਰਾਜ ਜੀ ਨੇ ਉਸ ਸ਼ੇਰ ਨੂੰ ਮਾਰਨ ਦੀ ਤਿਆਰੀ ਕੀਤੀ ਆ। ਤੁਰਨ ਲੱਗਦੇ ਨੇ, ਕੋਲ ਇੱਕ ਨਾਮ ਰਸੀਆ ਬੈਠਾ ਹੈ। ਇਤਿਹਾਸ ਵਿੱਚ ਜਿਸ ਦਾ ਜ਼ਿਕਰ ਆਇਆ ਹੈ, ਭਾਈ ਰੋਸ਼ਨ ਸਿੰਘ ਸਾਹਿਬ ਜੀ। ਸੰਗਤ ਜੀ, ਗੁਰੂ ਦੇ ਸਿੱਖ ਨੇ ਗਲ ਦੇ ਵਿੱਚ ਪੱਲਾ ਪਾਇਆ, ਹੱਥ ਜੋੜੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਸਿੱਖਾਂ ਦੇ ਹੁੰਦੇ ਹੋਏ ਗੁਰੂ ਸ਼ੇਰ ਦੇ ਸ਼ਿਕਾਰ ਤੇ ਜਾਵੇ, ਇਹਨੂੰ ਮਾਰਨ ਵਾਸਤੇ ਜਾਵੇ, ਇਹ ਚੰਗਾ ਨਹੀਂ ਲੱਗਦਾ। ਆਪ ਜੀ ਕਿਰਪਾ ਕਰੋ, ਇਹ ਸੇਵਾ ਮੈਨੂੰ ਦਿਓ, ਮੇਰੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ, ਥਾਪੜਾ ਦੇਵੋ ਸੱਚੇ ਪਾਤਸ਼ਾਹ ਜੀ, ਅਸੀਸ ਬਖਸ਼ੋ। ਆਪ ਜੀ ਕਲਾਵਾਨ ਹੋ, ਸਮਰੱਥ ਹੋ, ਸ਼ਕਤੀਵਾਨ ਹੋ, ਇਸ ਬਾਦਸ਼ਾਹ ਨੂੰ ਪਤਾ ਹੈ
सच्चे पातशाह नाले ये तो कहनी कथनी तो बाहर है, आप जी की कर सकते हो। महाराज जी आप जी की असीस की कर सकती है, इस बादशाह नूं पता लगना चाहिए है। क्योंकि भुल गया सी कि मैनू जिहड़ा राज मिलिया है ना, एक कलगीधर पातशाह महाराज जी की कृपा की बदौलत मिलिया है। जिहड़े महाराज जी दे नाल इहने वादे कीते सी, मुनकर हो गया सी अपने वादियां तो। बड़े वादे कीते सी सच्चे पातशाह महाराज जी दे नाल, इहने मुकर गया वाद विच। सच्चे पातशाह महाराज जी ने मेहरमत कृपा कीती, भाई रोशन सिंह साहिब जी नूं थापड़ा दिता, आग्या दिती, असीस बख्शी। इतिहास कहता है सच्चे पातशाह महाराज अपने म्यान दे विचों, कमर कस्से दे विचों तलवार देण लगदे ने, किरपान देण लगदे ने भाई साहिब जी नूं। भाई साहिब जी ने मना कर दिता, सच्चे पातशाह जी जे मैं आप जी दे कोलों ये किरपान लैके गया ना, बहादुर शाह इहदे सिपाही इहदे ऐलकार सोचणगे कि ये किरपान कोई करामाती है, करामाती है। महाराज ये सोचणगे, आप जी असीस दे। सच्चे पातशाह महाराज जी ने आग्या बख्शी, असीस दिते। बहादुर शाह दे संगत जीओ, कितने सिपाही कितने शिकारी उस शेर दा शिकार करने वास्ते गए सन, पर चेता रखिया जी गुरु का एक सिंह 1.25 लाख दे बराबर आया। इसे करके महाराज जी दे वचन ने 1.25 लाख से एक लड़ाऊं तबै गोविंद सिंह नाम को। महाराज जी की कृपा की बदौलत असीस लै करके भाई रोशन सिंह साहिब जी जंगल दे विच जांदे ने। कुछ समय बाद उस शेर दा शिकार करके ओनू कमर कस्से दे नाल बन करके, संगत जी जिहड़ा कमर कस्से दा कपड़ा बन्निया सी ओनू खोल के उहदे नाल शेर बन्निया। उस शेर दा शिकार करके भाई रोशन सिंह साहिब जी बाहर लैके ओनू घड़ीस के आ रहे। महाराज जी तां जानी जानने, घट घट के अंतर की जानत, भले बुरे की पीर पछानत। पर जदों बहादुर शाह ने वेख्या, इहदे ऐलकारां ने सिपाहियां ने वेख्या, हैरान हो गया। मेरे सिपाहियां दे कोल, शिकारियां दे कोल हथियार सन, बंदूकां सन, किरपानां सन, उन्हां दी गिणती सी, गिणती विच बहुते सन। पर इस गुरु दे इकल्ले सिंह ने इस खूंखार नरभक्षी शेर दा शिकार, वो भी एक हाथ दे विच डंडा, एक छोटी किरपान, ये किवें कर लिया? हैरान। भाई साहिब जी, भाई रोशन सिंह साहिब जी बाहर आए। सच्चे पातशाह महाराज जी नूं आण के मत्था टेकिया, नतमस्तक होए ने। महाराज जी ने असीस दित्ती दोबारा फिर। हुण जिहड़ा बहादुर शाह आ, वो भाई रोशन सिंह साहिब नूं इनाम देना चाहुंदा है। अपने गले दे विचों ओहने हीरे जवाहरात जड़ी एक महंगी माला खोली, इनाम वजों भाई साहिब जी नूं देण लगदा। हुण संगत जी चेता रखिया जी, जे किसी तो खैरात लैणी है ना, अगे हथ तां करने ही पैणगे, सिर तां फिर झुकाउणा ही पैना है ना, झोली तां करनी पवेगी। भाई रोशन सिंह साहिब जी जिहड़े आत्म रसीए ने, जिहड़े खालसे ने, जिन्हां दे उत्ते महाराज जी दी कृपा है, ये इनाम लैण तो मना कर दिंदे ने। आखण लगे बादशाह बहादुर शाह, मैं तेरे कोलों ये इनाम नहीं लै सकदा। कहंदा क्यों? भाई साहिब जी आखण लगे सिर एक है, तेरे अगे झुकावां जा अपने गुरु दे अगे, झोली एक है तेरे अगे करां जा अपने गुरु दे अगे। तू सोचदा होवेगा कि गुरु दे खालसे ने, इकल्ले सिंह ने इस नरभक्षी खूंखार शेर दा शिकार किवें कर लिया।
ਬਹਾਦਰ ਸ਼ਾਹ ਤੇਰੇ ਸਿਪਾਹੀ ਇਸ ਕਰਕੇ ਮਾਰ ਖਾ ਗਏ ਕਿਉਂਕਿ ਉਹਨਾਂ ਦੇ ਕੋਲ ਮੇਰੇ ਗੁਰੂ ਦੀ ਅਸੀਸ ਨਹੀਂ ਸੀ। ਮੇਰੇ ਗੁਰੂ ਦੀ ਅਸੀਸ ਨਹੀਂ ਸੀ। ਮੇਰੇ ਨਾਲ ਮੇਰੇ ਕੋਲ ਮੇਰੇ ਗੁਰੂ ਦੀ ਅਸੀਸ ਸੀ। ਇਤਿਹਾਸਕ ਬੋਲ ਨੇ, ਜਿਸ ਗੁਰ ਤੇ ਅੰਮ੍ਰਿਤ ਸਿੱਧ ਪਾਈ। ਭਾਈ ਰੋਸ਼ਨ ਸਿੰਘ ਸਾਹਿਬ ਜੀ ਕਹਿੰਦੇ ਨੇ, ਜਿਸ ਗੁਰ ਦੇ ਵੱਲ ਸ਼ੇਰ ਹਟਾਇਓ ਤਿਸ ਤੇ ਰਿੱਧ ਸਿੱਧ ਹਮਨੇ ਪਾਇਓ। ਜਿਸ ਗੁਰੂ ਦੀ ਕਿਰਪਾ ਦੇ ਸਦਕਾ ਇਸ ਸ਼ੇਰ ਦਾ ਸ਼ਿਕਾਰ ਕੀਤਾ ਹੈ ਨਾ, ਉਹਨੇ ਸਾਨੂੰ ਨਾਮ ਬਖਸ਼ਿਆ ਹੋਇਆ ਹੈ, ਨਾਮ ਦੀ ਦਾਤ ਦਿੱਤੀ ਹੋਈ ਹੈ। ਉਸ ਨਾਮ ਕਰਕੇ ਸਾਡੇ ਕੋਲ ਮਹਾਰਾਜ ਜੀ ਦੀਆਂ ਰਿੱਧੀਆਂ ਸਿੱਧੀਆਂ ਨੇ, ਕਿਰਪਾ ਹੈ, ਅਸੀਸ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਇਸੇ ਕਿਰਪਾ ਦੀ ਅਸੀਸ ਦੀ ਬਦੌਲਤ ਇਸ ਸ਼ੇਰ ਦਾ ਸ਼ਿਕਾਰ ਕੀਤਾ ਹੈ। ਸੰਗਤ ਜੀ, ਕਹਿਣ ਤੋਂ ਭਾਵ ਜਿਹੜੇ ਆਤਮ ਰਸ ਦੀ ਪਦਵੀ ਹੈ ਉਹ ਨਾਮ ਜਪਣ ਦੇ ਨਾਲ ਪ੍ਰਾਪਤ ਹੁੰਦੀ ਹੈ। ਅੱਜ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਜੁੜ ਮਿਲ ਬੈਠੇ ਹੋ, ਇਹ ਤੁਸੀਂ ਐਵੇਂ ਨਹੀਂ ਬੈਠੇ, ਤੁਸੀਂ ਇਹਨਾਂ ਦੀ ਕਮਾਈ ਦੀ ਬਦੌਲਤ ਖਿੱਚੇ ਗਏ ਹੋ। ਤਾਂ ਕਰਕੇ ਤੁਸੀਂ ਇਹਨਾਂ ਦਾ ਇਹ ਦਿਹਾੜਾ ਮਨਾ ਰਹੇ ਹੋ, ਜੋੜ ਮੇਲਾ ਮਨਾ ਰਹੇ ਹੋ। ਇਹਨਾਂ ਨੇ ਨਾਮ ਜਪਿਆ ਤੇ ਨਾਲ ਤੁਹਾਨੂੰ ਵੀ ਜਪਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਵੀ ਸਾਰਿਆਂ ਨੂੰ ਹੁਕਮ ਕਰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਭਾਈ ਨਾਮ ਜਪੋ, ਇਹ ਵਾਰੀ ਤੁਹਾਡੀ ਪਰਮਾਤਮਾ ਨੂੰ ਮਿਲਣ ਦੀ ਹੈ। ਸਤ ਸੰਗਤ ਵਿੱਚ ਬੈਠ ਕੇ ਜੁੜ ਮਿਲ ਕੇ ਪਰਮਾਤਮਾ ਨੂੰ ਚੇਤੇ ਕਰਿਆ ਕਰੋ, ਪਰਮਾਤਮਾ ਨੂੰ ਧਿਆਇਆ ਕਰੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੰਗਤ ਜੀ ਸਾਡੇ ਇਸ਼ਟ ਗੁਰੂ ਨੇ। ਮਹਾਰਾਜ ਜੀ ਹੁਕਮ ਕਰ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ ਹੈ, ਭਾਈ ਅਸੀਂ ਸਾਰੇ ਆਏ ਹਾਂ ਇੱਥੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਸੁਣਿਆ, ਹੁਕਮ ਨੂੰ ਗਾਵਿਆ, ਬਾਣੀ ਸੁਣੀ, ਬਾਣੀ ਨੂੰ ਗਾਇਆ ਹੈ। ਮਹਾਰਾਜ ਕਹਿੰਦੇ ਨੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ। ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ। ਫਿਰ ਜਿਨੇ ਆਗਿਆ ਮੰਨ ਲਈ, ਪਾਤਸ਼ਾਹ ਜੀ ਕਹਿੰਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏਸੀ। ਖਸਮੈ ਭਾਵੈ ਸੋ ਕਰੇ, ਮਨਹੁ ਚਿੰਦਿਆ ਸੋ ਫਲ ਪਾਏਸੀ। ਤਾਂ ਦਰਗਹ ਪੈਦਾ ਜਾਏਸੀ। ਮਹਾਰਾਜ ਕਹਿੰਦੇ, ਰੇ ਰੇ ਦਰਗਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਜਿਹੜੇ ਨਾਮ ਜਪਦੇ ਨੇ, ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ, ਹੁਕਮ ਦੇ ਵਿੱਚ ਚੱਲਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ ਉਹਨਾਂ ਦਾ ਫਿਰ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਂਦਾ ਹੈ। ਇੱਕ ਮੈਂ ਛੋਟੀ ਜਿਹੀ ਬੇਨਤੀ ਕਰਕੇ ਸੰਪੂਰਨਤਾ ਹੀ ਕਰ ਦੇਣੀ ਹੈ, 2-3 ਮਿੰਟ ਬਚੇ ਨੇ। ਸੰਗਤ ਜੀ, ਅਜੋਕੇ ਸਮੇਂ ਦੇ ਵਿੱਚ ਤੁਸੀਂ ਦੁਨੀਆ ਦੇ ਨਕਸ਼ੇ ਤੇ ਬੈਠੇ ਹੋ, ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਹੋ, ਤੇ ਮਹਾਰਾਜ ਜੀ ਦੀ ਕਿਰਪਾ ਦੀ ਬਦੌਲਤ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤਕਰੀਬਨ ਪੂਰੇ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਸਿੰਘ ਇਕੱਲਾ ਨਹੀਂ, ਉਹ ਸਵਾ ਲੱਖੀ ਹੈ, ਖਾਲਸਾ ਸਵਾ ਲੱਖੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਤਨੀ ਮਿਹਰਮਤ ਬਖਸ਼ਿਸ਼ ਕਿਰਪਾ ਵੀ ਕੀਤੀ ਹੋਈ ਹੈ। ਕਿਤੇ ਵੀ ਦੁਨੀਆ ਦੇ ਵਿੱਚ ਕੋਈ ਵੀ ਆਫਤ ਆਵੇ, ਖਾਲਸਾ ਪੰਥ ਸਭ ਤੋਂ ਅੱਗੇ ਹੋ ਕਰਕੇ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਂਦਾ ਹੈ। ਤੁਸੀਂ ਦੁਨੀਆ ਦੇ ਹਰ ਇੱਕ ਦੇਸ਼ ਦੇ ਵਿੱਚ ਜਾਣੇ ਜਾਂਦੇ ਹੋ ਸੇਵਾ ਦੇ ਕਰਕੇ। ਤੁਹਾਡੀ ਆਪਣੀ ਇੱਕ ਵੱਖਰੀ ਪਛਾਣ ਹੈ। ਖਾਲਸਾ ਪੰਥ ਹੈ ਹੀ ਇੱਕ ਵੱਖਰੀ ਨਸਲ। ਸੰਗਤ ਜੀ, ਤੁਸੀਂ ਦੁਨੀਆ ਦੇ ਵਿੱਚ ਜਿਹੜੇ
ਮਜ਼੍ਹਬਾਂ ਦੇ ਅਨਮਤੀਏ ਨੇ ਨਾ ਤੁਸੀਂ, ਮੈਂ ਇਹ ਕਹਿ ਦੇਵਾਂ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਹੋ। ਕੁਝ ਕੁ ਸਮੇਂ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਈ ਜਗ੍ਹਾ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਹਰ ਇੱਕ ਨਗਰ ਪਿੰਡ ਦੇ ਵਿੱਚ ਮੌਤਵਾਰਾਂ ਨੂੰ, ਪੰਚਾਇਤਾਂ ਨੂੰ ਇਹ ਹੁਕਮ ਵੀ ਕੀਤਾ ਗਿਆ, ਇਹ ਆਗਿਆ ਕੀਤੀ ਗਈ ਹੈ, ਇੱਕ ਤਾਂ CCTV ਹਰ ਇੱਕ ਗੁਰੂ ਘਰ ਦੇ ਵਿੱਚ ਲੱਗੇ ਹੋਣ। ਦੂਜਾ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ਨ, ਕੋਈ ਸੇਵਾਦਾਰ, ਕੋਈ ਗ੍ਰੰਥੀ ਮਹਾਰਾਜ ਜੀ ਦੇ ਕੋਲ ਜ਼ਰੂਰ ਹੋਵੇ। ਆ ਪਿੱਛੇ ਜੇ ਪਟਿਆਲੇ ਦੇ ਵਿੱਚ ਆਪ ਜੀਆਂ ਨੇ ਵੇਖਿਆ ਹੈ, ਕਿਸੇ ਦੁਸ਼ਟ ਨੇ ਮਹਾਰਾਜ ਜੀ ਦੀ ਬੇਅਦਬੀ ਕੀਤੀ ਹੈ। ਸੰਗਤ ਜੀ, ਉਹ ਹਿਰਦੇ ਬਲੂੰਦਰੇ ਜਾਂਦੇ ਨੇ, ਅੱਖਾਂ ਰੋਸ ਦੇ ਨਾਲ, ਜੋਸ਼ ਦੇ ਨਾਲ, ਦੁੱਖ ਦੇ ਨਾਲ ਭਰ ਆਉਂਦੀਆਂ ਨੇ, ਪਰ ਫਿਰ ਬੇਵੱਸੀ, ਮਿਲਦਾ ਕੁਝ ਨਹੀਂ। ਮੈਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਪ ਥੋੜੇ ਸੂਝਵਾਨ ਬਣੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਸਾਰਿਆਂ ਦੇ ਰਿਜ਼ਕ ਦਾਤੇ ਨੇ, ਦਾਤਾਰ ਨੇ। ਸਤਿਗੁਰੂ ਮਹਾਰਾਜ ਜੀ ਦੀ ਸੰਗਤ ਜੀਓ, ਅਸੀਂ ਮਹਾਰਾਜ ਜੀ ਦੇ ਕੋਲੋਂ ਸਭ ਕੁਝ ਮੰਗਦੇ ਹਾਂ। ਸਾਡੇ ਘਰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਫੰਕਸ਼ਨ ਹੋਵੇ, ਖੁਸ਼ੀ ਦਾ, ਗਮੀ ਦਾ, ਮਹਾਰਾਜ ਜੀ ਜਾਂਦੇ ਨੇ, ਸ਼ਾਮਲ ਹੁੰਦੇ ਨੇ, ਸ਼ਮੂਲੀਅਤ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਦਰ ਮਾਣ ਸਤਿਕਾਰ ਕਰਨਾ, ਇਹ ਗੁਰਸਿੱਖੋ ਸਾਡਾ ਪਹਿਲਾ ਫਰਜ਼ ਜੇ। ਘਰਾਂ ਦੇ ਵਿੱਚ ਸੁੱਤੇ ਨਾ ਰਿਹਾ ਕਰੋ। ਜਿਤਨਾ ਸਮਾਂ ਮਿਲਦਾ ਮਹਾਰਾਜ ਜੀ ਦੇ ਕੋਲ ਆਣ ਕੇ ਬੈਠਿਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਨੂੰ ਸੁਣਿਆ ਕਰੋ। ਮੈਂ ਬੇਨਤੀ ਕਰਦੇ ਹਾਂ, ਕੱਲਾ ਗੁਰੂ ਘਰ ਦੇ ਗ੍ਰੰਥੀ ਤੇ ਨਾ ਘੇਰਿਆ ਕਰੋ। ਤੁਹਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ। ਗੁਰੂ ਘਰ ਦੇ ਗ੍ਰੰਥੀ ਦੀ ਪਹਿਲੀ ਡਿਊਟੀ ਹੈ, ਪਰ ਚੇਤਾ ਰੱਖਿਆ ਜੇ ਉਸ ਗ੍ਰੰਥੀ ਸਿੰਘ ਨੇ ਆਪਣਾ ਪਰਿਵਾਰ ਵੀ ਪਾਲਣਾ ਹੁੰਦਾ ਹੈ। ਕੱਲੇ ਆਪਣੇ ਜੇ ਇਹ ਕਹਿ ਦਈਏ 5, 7, 10 ਹਜ਼ਾਰ ਦੇ ਨਾਲ ਉਹ ਪਰਿਵਾਰ ਪਾਲੇ ਨਹੀਂ ਪਲਿਆ ਜਾਂਦਾ। ਮਹਿੰਗਾਈ ਦਾ ਯੁੱਗ ਹੈ, ਤੁਹਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ। ਪਰ ਮੈਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਵੀ ਇਹ ਬੇਨਤੀ ਕਰਾਂ ਕਿ ਭਾਈ, ਤੁਹਾਡਾ ਪਹਿਲਾ ਫਰਜ਼ ਹੈ, ਮੁੱਢਲਾ ਫਰਜ਼ ਤੁਹਾਡਾ ਜੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਦਰ ਮਾਣ ਸਤਿਕਾਰ ਬਰਕਰਾਰ ਰੱਖਣਾ। ਤੁਸੀਂ ਗੁਰਦੁਆਰੇ ਦੇ ਵਿੱਚ ਨਗਰ ਦੇ ਆਗੂ ਹੋ, ਇੱਕ ਤਰ੍ਹਾਂ ਦੇ ਤੁਸੀਂ ਸੰਗਤ ਨੂੰ ਪ੍ਰੇਰਣਾ ਦੇਣੀ ਹੈ। ਜੇ ਸਾਡੀ ਕਹਿਣੀ, ਸਾਡੀ ਕਥਨੀ, ਸਾਡੀ ਕਰਨੀ ਇੱਕ ਹੋਵੇਗੀ, ਉਹਦਾ ਪ੍ਰਭਾਵ ਸੰਗਤ ਤੇ ਪਵੇਗਾ। ਸਾਡੀ ਕਰਨੀ ਕੁਝ ਹੋਰ ਹੈ, ਸਾਡੀ ਕਥਨੀ ਕਹਿਣੀ ਕੁਝ ਹੋਰ ਹੈ, ਉਹਦਾ ਫਿਰ ਪ੍ਰਭਾਵ ਸੰਗਤ ਤੇ ਨਹੀਂ ਪੈਂਦਾ। ਸੋ ਮੈਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਭਾਈ, ਘਟਨਾਵਾਂ ਬਹੁਤ ਵਾਪਰ ਰਹੀਆਂ ਨੇ। ਕਈ ਜਗ੍ਹਾ ਬਹਾਨੇ ਲਾ ਦਿੱਤੇ ਜਾਂਦੇ ਨੇ ਕਿ ਬਿਜਲੀ ਦਾ ਸਰਕਟ ਹੋ ਗਿਆ, ਤਾਂ ਕਰਕੇ ਮਹਾਰਾਜ ਜੀ ਦੀ ਬੇਅਦਬੀ ਹੋਈ ਹੈ, ਇੱਥੇ ਗੁਰਦੁਆਰੇ ਵਿੱਚ ਅੱਗ ਲੱਗੀ ਹੈ। ਘਰਾਂ ਦੇ ਵਿੱਚ ਕਿਉਂ ਨਹੀਂ ਲੱਗਦੀ? ਹੋਰ ਧਾਰਮਿਕ ਸਥਾਨ ਵੀ ਨੇ, ਉੱਥੇ ਘਟਨਾਵਾਂ ਕਿਉਂ ਹੁੰਦੀਆਂ? ਮੈਂ ਫਿਰ ਬੇਨਤੀ ਕਰਦਿਆਂ, ਤੁਸੀਂ ਰੜਕਦੇ ਹੋ ਏਜੰਸੀਆਂ ਦੀਆਂ ਅੱਖਾਂ ਦੇ ਵਿੱਚ, ਇਸ ਕਰਕੇ ਇਹ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰਮਤ ਬਖਸ਼ਿਸ਼ ਕਿਰਪਾ ਕਰਨ। ਸਮੁੱਚੇ ਖਾਲਸੇ ਪੰਥ ਦੀ ਹਰ ਮੈਦਾਨੇ ਦੀਵਾਨੇ ਫਤਿਹ ਬਖਸ਼ਿਸ਼ ਕਰਨ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿਤਨੀਆਂ ਵੀ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਸੰਨਤਾ ਦੇ ਪਾਤਰ ਬਣ ਰਹੇ ਹੋ, ਸਾਰਿਆਂ ਦਾ ਧੰਨਵਾਦ। ਮੇਰੇ ਛੋਟੇ ਵੀਰ ਜਿਨ੍ਹਾਂ ਨੇ ਮੈਨੂੰ ਆਪ ਜੀਆਂ ਦੇ ਦਰਸ਼ਨ ਕਰਨ ਦਾ ਹੁਕਮ ਕੀਤਾ ਸੀ, ਸੰਗਤ ਦੇ ਵਿੱਚ ਸੁਭਾਏ ਮਾਨ ਨੇ ਕੋਮਲਪ੍ਰੀਤ ਸਿੰਘ ਤੇ ਯਾਦਵਿੰਦਰ ਸਿੰਘ, ਇਹਨਾਂ ਨੇ ਆਪ ਜੀਆਂ ਦੇ ਦਰਸ਼ਨ ਕਰਨ ਦਾ ਹੁਕਮ ਕੀਤਾ ਸੀ ਕਿ ਭਾਈ ਸਾਹਿਬ ਜੀ ਆਪ ਜੀਆਂ ਨੇ ਸਾਡੇ ਨਗਰ ਦੇ ਵਿੱਚ ਆਉਣਾ ਆ। ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਤੁਹਾਡੇ ਹੀ ਦੂਸਰੇ ਨਗਰ ਤੋਂ
ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਸੰਗਤ ਵਿੱਚ ਸੁਭਾਏ ਮਾਰਦੇ। ਧੰਨਵਾਦ ਸਾਰੀਆਂ ਸੰਗਤਾਂ ਦਾ, ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਮਹਾਰਾਜ ਜੀ ਕਿਰਪਾ ਕਰਨ। ਜਿਤਨੀਆਂ ਵੀ ਸੰਗਤਾਂ ਇੱਥੇ ਜੋੜ ਮਿਲ ਬੈਠ ਸਤ ਸੰਗਤ ਕਰ ਰਹੀਆਂ ਨੇ, ਸਾਲਾਨਾ ਜੋੜ ਮੇਲਾ ਮਨਾ ਰਹੀਆਂ ਨੇ, ਸਭਨਾਂ ਨੂੰ ਦਰੋ ਕਰੋ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਔਰ ਚੜ੍ਹਦੀ ਕਲਾ ਦੇ ਜੀਵਨ ਬਖਸ਼ਿਸ਼ ਕਰਨ। ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।